ਸੋਰਸਿਸ ਕੀ ਹੈ ਕਿ ਭਗਵੰਤ ਮਾਨ ਜੀ ਨੇ ਕਿਹਾ ਸਾਨੂੰ ਉਹਨਾਂ ਨੇ ਮਿਸਟ੍ਰੀਟ ਕੀਤਾ ਕਿ ਅਸੀਂ ਗੋਲਡੀ ਬਰਾੜ ਫੜ ਲਿਆ ਅਸੀਂ ਲੈ ਕੇ ਆ ਗਏ ਪਰਚਾ ਹੋਣਾ ਚਾਹੀਦਾ ਕਿ ਨਹੀਂ ਇਹ ਤਾਂ ਨਹੀਂ ਨਾ ਇਹ ਤਾਂ ਨਹੀਂ ਕਿਤੇ ਇੰਟੈਲੀਜੈਂਸ ਦੇ ਅਫਸਰ ਨਿਊਜ਼ 18 ਚ ਬੈਠੇ ਹੋ ਮੈਂ ਕਹਿ ਰਿਹਾ ਜੋ ਬਾਜਵਾ ਸਾਹਿਬ ਕਹਿ ਰਹੇ ਹੋ ਮੈਂ ਵੀ ਕਹਿ ਰਿਹਾ ਕਿ ਤੁਹਾਡੇ ਲਈ ਐਫਆਈਆਰ ਹੋ ਸਕਦੀ ਹੈ ਤੁਸੀਂ ਕਹਿ ਰਹੇ ਹੋ ਕਿ 50 ਆਏ ਮੈਂ ਕਹਿ ਰਿਹਾ ਕਿ ਸਾਰਾ ਮੁਲਕ ਕਹਿ ਰਿਹਾ 50 ਨਹੀਂ ਪਤਾ ਨਹੀਂ ਹੋਰ ਕਿੰਨੇ ਆਏ ਹੋਣ ਸੁਨੀਲ ਜਾਖੜ ਹੋਰੀ ਤਾਂ ਕਹਿ ਰਹੇ ਕਹਿੰਦੇ ਕਿ ਪ੍ਰਤਾਪ ਬਾਜਵਾ ਸੈਟਿੰਗ ਨਾ ਕਰ ਲੈਣ ਜਿਵੇਂ ਪ੍ਰਧਾਨ ਨੇ ਸੈਟਿੰਗ ਕੀਤੀ ਕਹਿੰਦੇ ਕਿ ਪੈਰੀ ਹੱਥ ਨਾਲ ਲਾ ਕੇ ਆ ਜਾਣ ਕਹਿੰਦੇ ਸੀਗੇ ਵੀ ਬਾਜਵਾ ਸਾਹਿਬ ਪਾਰਟੀ ਚ ਤੇ ਬਦਲ ਸਕਦੇ ਨੇ ਕੁਝ ਲੋਕ ਤੇ ਆਪ ਪਤੰਦਰ ਸੈਟਿੰਗ ਕਰਕੇ ਬੈਠਾ ਸੀ ਇਸ ਕਰਕੇ ਉਹਨੇ ਕਾਂਗਰਸ ਮਾਰੀ 2022 ਦੀਆਂ ਚੋਣਾਂ ਤਾਂ ਫੋਨ ਆਇਆ ਅੱਛਾ ਠੀਕ ਹੈ ਸੋਰਸਿਸ ਕੀ ਹੈ ਕਿ ਭਗਵੰਤ ਮਾਨ ਜੀ ਨੇ ਕਿਹਾ ਸਾਨੂੰ ਉਹਨਾਂ ਨੇ ਮਿਸਟ੍ਰੀਟ ਕੀਤਾ ਕਿ ਅਸੀਂ ਗੋਲਡੀ ਬਰਾੜ ਫੜ ਲਿਆ ਅਸੀਂ ਲੈ ਕੇ ਆ ਗਏ ਪਰਚਾ ਹੋਣਾ ਚਾਹੀਦਾ ਕਿ ਨਹੀਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਯਮੁਨਾ ਦਾ ਪਾਣੀ ਜਿਹੜਾ ਉਹ ਜ਼ਹਿਰ ਮਿਲਾਇਆ ਜਾਂਦਾ ਹੈ ਸੋਰਸ ਕੀ ਹੈ ਦੱਸਣ ਨਹੀਂ ਪਰਚਾ ਦਰਜ ਕਰੋ ਉਹਨਾਂ ਨੇ ਕਿਹਾ 70% ਪੰਜਾਬ ਦੇ ਵਿੱਚ ਨਸ਼ੇ ਦੇ ਲੋਕ ਆਦੀ ਹੋ ਗਿਆ ਕੀ ਸੋਰਸ ਹੈ ਨਹੀਂ ਪਰਚਾ ਦਰਜ ਕਰੋ ਬਾਜਵਾ ਜੀ ਵਾਸਤੇ ਸੋਰਸ ਸਰ BMW ਦਾ ਪਲਾਨ ਆ ਰਿਹਾ ਪੰਜਾਬ 'ਚ ਵੀ ਕਿਹਾ ਸੀ ਉਹਨਾਂ ਨੇ ਚੈਨਲ ਦੇ ਹੋਣ ਦੇ ਬਾਅਦ ਜਦ ਤੁਰੰਤ ਹਰਕਤ 'ਚ ਆ ਗਏ ਇਹ ਮੁੱਖ ਮੰਤਰੀ ਸਾਹਿਬ ਹਜੇ ਚੱਜ ਨਾਲ ਤੁਸੀਂ ਉਹ ਵੀਡੀਓ ਚਲਾਈ ਨਹੀਂ ਉਦੋਂ ਪਹਿਲੇ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਹਿੰਦੇ ਬੜਾ ਇਹ ਤਾਂ ਨਹੀਂ ਇਹ ਤਾਂ ਨਹੀਂ ਕਿਤੇ ਇੰਟੈਲੀਜੈਂਸ ਦੇ ਅਫਸਰ ਨਿਊਜ਼ 18 ਚ ਬੈਠੇ ਹੋ ਕਹਿੰਦੇ ਬੜਾ ਸੰਵੇਦਨਸ਼ੀਲ ਮਸਲਾ ਹੈ ਅਗਰ 32 ਬੰਬ ਆਏ ਨੇ ਜਿਹੜੇ ਅਜੇ ਚੱਲਨੇ ਨੇ 50 ਟੋਟਲ ਆਏ ਸੀਗੇ ਤਾਂ ਉਹ 32 ਦੱਸ ਦੇਣ ਐਵੇਂ ਕਿਸੇ ਦੀ ਜਾਨ ਜਾਏਗੀ ਜਾਂ ਕਿੱਥੇ ਕਿੱਦਾਂ ਪੰਕਜ ਵਾਟ ਇਜ਼ ਦਾ ਪ੍ਰਾਇਮਰੀ ਇਨਫੋਰਮੇਸ਼ਨ ਕਿਹਨੇ ਦਿੱਤੀ ਹੈ ਇੱਕ ਅਖਬਾਰ ਨੇ ਕੀ ਉਸ ਅਖਬਾਰ ਤੇ ਪਰਚਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ 55 ਹੈਂਡ ਗ੍ਰੇਨੇਡ ਆ ਚੁੱਕੇ ਨੇ ਹਜੇ 9 ਦੀ ਤਲਾਸ਼ ਜਾਰੀ ਹੈ ਕੀ ਉਹ ਪ੍ਰਾਇਮਰੀ ਇਨਫੋਰਮੇਸ਼ਨ ਸੀ ਅੱਜ ਕਿਸੇ ਨੂੰ ਵੀ ਬੱਚਾ ਨੂੰ ਪੁੱਛ ਲਓ ਰੇਹੜੀ ਵਾਲੇ ਨੂੰ ਪੁੱਛ ਲਓ ਕਹੇਗਾ ਕਿ ਯਾਰ ਹੈਂਡ ਗ੍ਰੇਨੇਡ ਚੱਲ ਸਕਦਾ ਯਾਰ ਮੈਂ ਕਹਿ ਰਿਹਾ ਜੋ ਬਾਜਵਾ ਸਾਹਿਬ ਕਹਿ ਰਹੇ ਹੋ ਮੈਂ ਵੀ ਕਹਿ ਰਿਹਾ ਕਿ ਤੁਹਾਡੇ ਲਈ ਐਫਆਈਆਰ ਹੋ ਸਕਦੀ ਹੈ ਤੁਸੀਂ ਕਹਿ ਰਹੇ ਹੋ ਕਿ 50 ਆਏ ਮੈਂ ਕਹਿ ਰਿਹਾ ਕਿ ਸਾਰਾ ਮੁਲਕ ਕਹਿ ਰਿਹਾ 50 ਨਹੀਂ ਪਤਾ ਨਹੀਂ ਹੋਰ ਕਿੰਨੇ ਆਏ ਹੋਣ ਅਖਬਾਰਾਂ ਦੀਆਂ ਖਬਰਾਂ ਕਹਿ ਰਹੀਆਂ ਕਿ 55 ਐਫਆਈਆਰ ਹੋ ਗਈ ਫਿਰ ਕਹਿੰਦੇ ਕਿ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਤਾਂ ਦੱਸੋ ਕਿੱਥੇ ਕਿੱਦਾਂ ਕਿਵੇਂ ਇਹ ਐਫਆਈਆਰ ਤਾਂ ਸਭ ਤੇ ਹੋਣੀ ਇਹ ਤਾਂ ਹੁਣ ਪਹਿਲਾਂ ਨਵੀਆਂ ਐਫਆਈਆਰਾਂ ਤੇ ਲੋਕਾਂ ਨੂੰ ਡਰ ਲੱਗਦਾ ਸੀ ਹੁਣ ਤਾਂ ਇਹ ਰੂਟੀਨ ਬਣ ਗਈ ਕਿ ਹਰ ਵਿਅਕਤੀ ਜੋ ਬੋਲੇਗਾ ਕੋਈ ਕੁੰਡਾ ਖੋਲੇਗਾ ਸੁਨੀਲ ਜਾਖੜ ਹੋਰੀ ਤਾਂ ਕਹਿ ਰਹੇ ਕਹਿੰਦੇ ਕਿ ਪ੍ਰਤਾਪ ਬਾਜਵਾ ਸੈਟਿੰਗ ਨਾ ਕਰ ਲੈਣ ਜਿਵੇਂ ਪ੍ਰਧਾਨ ਨੇ ਸੈਟਿੰਗ ਕੀਤੀ ਕਹਿੰਦੇ ਕਿ ਪੈਰੀ ਹੱਥ ਨਾਲ ਲਾ ਕੇ ਆ ਜਾਣ ਗੁੱਡੀ ਪਾ ਕੇ ਗਏ ਸੀਗੇ ਪੈਰੀ ਹੱਥ ਲਾ ਕੇ ਸੈਟਿੰਗ ਕਰਕੇ ਆ ਗਏ ਰਾਜਾ ਵੜਿੰਗ ਨੂੰ ਸੈਟਿੰਗ ਕਰਨੀ ਆਉਂਦੀ ਹੈ ਸੀਐਮ ਦੇ ਨਾਲ ਗੱਲ ਇਹ ਹੈ ਤੁਹਾਡੇ ਨਾਲ ਮੈਂ ਪੋਡਕਾਸਟ ਕਰਦਾ ਇਹ ਕਰਨਾ ਜਾਖੜ ਦੀ ਕਿ ਜਾਖੜ ਸਾਹਿਬ ਬਾਰੇ 99 ਤੋਂ ਲੈ ਕੇ ਹੁਣ ਤੱਕ ਦੀਆਂ ਉਹਨਾਂ ਦੀਆਂ ਗਤੀਵਿਧੀਆਂ ਮੈਨੂੰ ਯਾਦ ਹੈ ਜੀ ਜਾਖੜ ਸਾਹਿਬ ਜਿੱਦਾਂ ਇੱਥੇ ਸਿੱਧੂ ਸਾਹਿਬ ਨੇ ਚਾਰਜ ਲਿਆ ਸੀ ਤੇ ਜਾਖੜ ਸਾਹਿਬ ਨੇ ਕੀ ਕਿਹਾ ਸੀ ਬਾਜਵਾ ਸਾਹਿਬ ਬਾਰੇ ਕੁਝ ਲੋਕ ਗੁੱਸੇ 'ਚ ਸੀਗਾ ਜਾਖੜ ਮੈਂ ਨਹੀਂ ਉਹਨਾਂ ਗੁੱਸੇ ਸਾਡੇ ਸਰਕਾਰੀ ਹੋ ਗਏ ਉਹ 69 ਸਾਲਾਂ ਦੀ ਉਮਰ 'ਚ ਫਰਸਟ੍ਰੇਸ਼ਨ ਵੀ ਹੋ ਜਾਂਦੀ ਸੋ ਉਹ ਕਹਿੰਦੇ ਸੀਗੇ ਵੀ ਬਾਜਵਾ ਸਾਹਿਬ ਪਾਰਟੀ 'ਚ ਤੇ ਬਦਲ ਸਕਦੇ ਨੇ ਕੁਝ ਲੋਕ ਤੇ ਆਪ ਪਤੰਦਰ ਸੈਟਿੰਗ ਕਰਕੇ ਬੈਠਾ ਸੀ ਇਸ ਕਰਕੇ ਉਹਨੇ ਕਾਂਗਰਸ ਮਾਰੀ 2022 ਦੀਆਂ ਚੋਣਾਂ ਵਿੱਚ ਅੰਦਰ ਅਮਿਤ ਸ਼ਾਹ ਨਾਲ ਸੈਟਿੰਗ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਕਹਿ ਦਿੰਦੇ ਨੇ ਨਕਲੀ ਸਿੱਖ ਹੁਣ ਮੈਂ ਜੱਟਾਂ ਦਾ ਮੁੰਡਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਪੱਗ ਬੰਨ੍ਹਦਾ ਮੈਨੂੰ ਕਹਿੰਦੇ ਨਕਲੀ ਸਿੱਖ ਹੈ ਮੈਂ ਅਸਲੀ ਸਿੱਖ ਹਾਂ ਕਹਿੰਦੇ ਮੈਂ ਅਸਲੀ ਹਿੰਦੂ ਹਾਂ ਕਿਉਂ ਕਹਿ ਰਹੇ ਨੇ ਇਹ ਉਹਨਾਂ ਦੇ ਮਨ ਦੇ ਭਾਵ ਨੇ ਬਿੱਟੂ ਜੀ ਨੂੰ ਕਹਿਣ ਉਹਨਾਂ ਦੇ ਵੀ ਸਿਰ ਤੇ ਬਾਗ ਨੇ ਡਰ ਲੱਗਦਾ ਬਿੱਟੂ ਜੀ ਅਸਲੀ ਕੌਣ ਹੈ ਮੈਂ ਇਹਨਾਂ ਨੂੰ ਕਹਿਣਾ ਇਹ ਨਕਲੀ ਹਿੰਦੂ ਹੈ ਤਾਂ ਜਾਟ ਹੈ ਇਜ਼ ਨਾਟ ਅ ਹਿੰਦੂ ਸੋ ਇਹ ਗੱਲ ਚੰਗੀ ਨਹੀਂ ਲੱਗਦੀ ਮੈਂ ਜਾਖੜ ਸਾਹਿਬ ਨੂੰ ਕੋਈ ਕਹਿਣਾ ਨਹੀਂ ਚਾਹੁੰਦਾ ਦੂਜੀ ਹੀ ਇਜ਼ ਅ ਫਿਊਡਲ ਮਾਈਂਡ ਇੰਨਾ ਬੰਦਾ ਉਹਨਾਂ ਨੂੰ ਤਾਂ ਅੰਬਿਕਾ ਸੋਨੀ ਉਹਨਾਂ ਨੂੰ ਪਸੰਦ ਨਹੀਂ ਸੀ ਚੰਨੀ ਨੂੰ ਕਿਹਾ ਕਿ ਮੈਂ ਜੁੱਤੀ ਦੇ ਬਰਾਬਰ ਇਹਨਾਂ ਨੂੰ ਰੱਖਦਾ ਇਨ ਗਰੀਬ ਸਿੱਖਣ ਕੋ ਦੇਹੂ ਪਾਤਸ਼ਾਹ ਤੁਸੀਂ ਚੰਨੀ ਨੂੰ ਜੁੱਤੀ ਦੇ ਬਰਾਬਰ ਲੇਕਿਨ ਤਕੜੇ ਲੋਕ ਤੁਹਾਡਾ ਬਲਰਾਮ ਜਾਖੜ ਜੀ ਦਾ ਤੇ ਬਾਦਲ ਦਾ ਸਮਝੌਤਾ ਨਹੀਂ ਸੀ ਕਿ ਹਬੋਰ ਚੋਂ ਜਿਹੜੀ ਹਬੋਰ ਵਾਲੀ ਸੀਟ ਹੈ ਇਹ ਕੇਵਲ ਅਸੀਂ ਬੀਜੇਪੀ ਨੂੰ ਦਿਆ ਕਰਾਂਗੇ ਜੇ ਉੱਥੇ ਕਿਸੇ ਜੱਟ ਨੂੰ ਦਿੱਤੀ ਹੁੰਦੀ ਉਦੋਂ ਉਹ ਜਿੱਤ ਜਾਂਦਾ ਇਹ ਸਮਝੌਤਾ ਸੀ ਕਿ ਤੁਹਾਨੂੰ ਸੁਖਬੀਰ ਬਾਦਲ ਅਸੀਂ ਤਾਂ ਕਿਹਾ ਹੀ ਨਹੀਂ ਕਦੇ ਅਸੀਂ ਤਾਂ ਜਾਖੜ ਸਾਹਿਬ ਨੂੰ ਕਦੇ ਉਹਨਾਂ ਨੇ ਕਿਹਾ ਸੀ 2 ਕੌੜੀ ਦਾ ਜਾਖੜ ਸੁਖਬੀਰ ਨੇ ਕਿਹਾ ਸੀ ਉੱਥੇ ਗੁੱਸਾ ਕਿਉਂ ਨਹੀਂ ਆਇਆ ਸਮਝੌਤਾ ਹੈ ਇੰਟਰਨਲ ਉੱਥੇ ਕਿਉਂ ਨਹੀਂ ਸਮਝੌਤਾ ਸੁਖਜਿੰਦਰ ਰੰਧਾਵਾ ਦੇ ਪਿਤਾ ਜੀ ਚੁਣਾਵ ਲੜੇ ਪਾਰਲੀਮੈਂਟ ਕਿੱਥੇ ਲੜੇ ਫਿਰੋਜ਼ਪੁਰ ਪੁੱਛ ਲਓ ਸੁਖਜਿੰਦਰ ਰੰਧਾਵਾ ਨੂੰ ਇਹਨਾਂ ਨੇ ਮੁਖਾਲਫਤ ਕੀਤੀ ਹਰਾਇਆ ਘੁਮਾਇਆ ਸਭ ਜਿਉਂਦੇ ਬੈਠੇ
ਘੁਬਾਇਆ ਸਾਹਿਬ ਨੂੰ ਟਿਕਟ ਦਿੱਤੀ, ਪੀਸੀਸੀ ਪ੍ਰਧਾਨ ਇਹ ਸੀ, ਇਸ ਬੰਦੇ ਨੇ ਹਰਾਇਆ। ਫਿਰ ਜੋਸ਼ਨ ਸਾਹਿਬ ਨੂੰ ਇੱਥੇ ਫਿਰਦੇ ਹੋਣੇ ਪੁੱਛ ਲਓ, ਇਹਨਾਂ ਨੇ ਉਹਨਾਂ ਦੀ ਮੁਖਾਲਫਤ ਕੀਤੀ ਹੈ ਕਾਂਗਰਸ। ਜਦੋਂ ਅਮਰਿੰਦਰ ਸਿੰਘ ਦੀ ਪਹਿਲੀ ਗਵਰਨਮੈਂਟ ਸੀ 5 ਵਜੇ ਆਉਂਦੇ ਸੀ, ਉਹ ਤੜਕੇ ਉੱਠ ਕੇ ਜਾਂਦੇ ਸੀ ਦੱਸਣ ਨਹੀਂ। ਇਹਨਾਂ ਨੇ ਰਾਣੇ ਸੋਢੀ ਦੀ ਮੁਖਾਲਫਤ ਕੀਤੀ, ਟਿਕਟ ਵੀ ਵਿਚਾਰੇ ਨੂੰ ਲੈਣ ਦਿੰਦੇ ਸੀ। ਫਿਰ ਉਹ ਅਮਿਤ ਸ਼ਾਹ ਤੋਂ ਲਿਆਏ ਕਿ ਆਈ ਜਾਖੜ ਜਾ ਤਾਂ ਤੂੰ ਲੜ ਨਹੀਂ, ਮੈਂ ਇਹਨੂੰ ਦਿਆਂਗਾ। ਫਿਰ ਉਹਦੀ ਮੁਖਾਲਫਤ ਕੀਤੀ ਤੁਸੀਂ ਰਾਣੇ। ਹਾਂ, ਸਾਰੀ ਬੀਜੇਪੀ ਦੁਖੀ ਹੈ, ਸਾਰੀ ਬੀਜੇਪੀ ਦਾ ਇਸ ਬੰਦੇ ਨੇ ਮਾੜਾ ਹਾਲ ਕੀਤਾ। ਲਾਸਟ ਸਵਾਲ ਆਮ ਆਦਮੀ ਪਾਰਟੀ ਚਿੱਠੀ ਦਾ ਜ਼ਿਕਰ ਕਰਦੀ ਪ੍ਰਤਾਪ ਸਿੰਘ ਬਾਜਵਾ ਹੋਣਾ ਤੇ ਕੈਪਟਨ ਅਮਰਿੰਦਰ ਸਿੰਘ ਵਾਲੀ, ਉਸਦੇ ਉਹ ਵੀ ਵਾਇਰਲ ਹੋ ਰਹੀ ਹੈ। ਕਿਹੜੀ ਤਰੀਕੇ ਨਾਲ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਵਾਲ ਚੁੱਕ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ? ਭਾਈ ਪਤਾ ਨਹੀਂ ਉਹ ਕਿਹੜੀ ਚਿੱਠੀ ਔਰ ਇਹ ਫੈਂਟੈਸੀ ਕੀ ਹੈ। ਦੂਸਰੀ ਗੱਲ, ਕੱਲ ਨੂੰ ਰਾਜਾ ਵੜਿੰਗ ਤ੍ਰਿਪਤ ਰਜਿੰਦਰ ਬਾਜਵਾ ਜੀ ਦੇ ਖਿਲਾਫ ਚਿੱਠੀ ਲਿਖ ਦਿੰਦਾ, ਕਿਉਂਕਿ ਮੈਨੂੰ ਇਹ ਪਸੰਦ ਨਹੀਂ, ਮੇਰੇ ਵਿਰੋਧੀ ਹੈ। ਪਸੰਦ ਨਹੀਂ, ਮੰਨ ਲਓ ਜੇ ਅਮਰਿੰਦਰ ਸਿੰਘ ਕਿਸੇ ਦੇ ਖਿਲਾਫ ਚਿੱਠੀ ਲਿਖਦੇ ਵੀ ਫਲਾਣਾ ਬੰਦਾ ਮੈਨੂੰ ਆਹ ਬੰਦਾ ਲੱਗਦਾ ਹੈ, ਇਹਦਾ ਮਤਲਬ ਅਮਰਿੰਦਰ ਸਿੰਘ ਸੱਚ ਬੋਲ ਰਿਹਾ। ਹੁਣ ਭਗਵੰਤ ਮਾਨ ਜੀ 4 ਚਿੱਠੀਆਂ ਲਿਖ ਦੇਣਗੇ ਸੈਂਟਰ ਨੂੰ, ਇਹਦਾ ਮਤਲਬ ਉਹ ਸੱਚ ਹੈ।